ਜਿਹੜੇ ਡਿਪੈਂਡੈਂਟ ਬੱਚੇ ਨੇ ਅਤੇ ਜਾਂ ਉਹਨਾਂ ਦੀਆਂ ਜਿਹੜੀਆਂ ਸਪਾਊਸਿਸ ਨੇ ਉਹਨਾਂ ਨੂੰ ਆਪਾਂ ਮਤਲਬ ਹੁਣ ਓਪਨ ਵਰਕ ਪਰਮਿਟ ਦੇ ਉੱਪਰ ਬੁਲਾ ਸਕਦੇ ਹਾਂ। ਇਸ ਵੇਲੇ ਜਿਹੜਾ ਹੈਗਾ ਲੋ ਸਕਿੱਲ ਬਟ ਹਾਈ ਵੇਜਿਸ ਕੈਟਾਗਰੀ ਵਾਲੇ ਇਹਨਾਂ ਨੂੰ ਇਨਵੀਟੇਸ਼ਨ ਦਿੱਤਾ ਹੋਇਆ। ਹੁਣ ਦੂਜਾ ਫੇਜ਼ ਕੰਸਲਟੇਸ਼ਨ ਦੇ ਵਿੱਚ ਹੈ, ਜਿਹਦੇ ਵਿੱਚ ਸਾਰੇ ਹੀ ਵਰਕਰਸ ਚਾਹੇ ਉਹ ਲੋ ਵੇਜ ਹੋਣ, ਹਾਂਜੀ, ਅਤੇ ਲੋ ਵੇਜ ਹੋਣ, ਲੋ ਸਕਿੱਲ ਦੇ ਵਿੱਚ ਹੋਣ, ਉਹ ਆ ਸਕਣਗੇ। ਮੇਨਲੀ ਜਿਹੜਾ ਗਵਰਨਮੈਂਟ ਦਾ ਇਹ ਪਲਾਨ ਹੈ ਕਿ ਇਹਦੇ ਵਿੱਚ ਤਕਰੀਬਨ 2 ਲੱਖ ਦੇ ਕਰੀਬ ਜਿਹੜੇ ਨੇ ਸਪਾਊਸਿਸ ਉਹਨਾਂ ਨੂੰ ਫਾਇਦਾ ਹੋਏਗਾ, ਉਹ ਆ ਸਕਣਗੇ। ਅਤੇ ਕੈਨੇਡਾ ਦੇ ਵਿੱਚ ਜਿਹੜੀ ਲੇਬਰ ਮਾਰਕੀਟ ਦੀ ਜਿਹੜੀ ਸ਼ੋਰਟੇਜ ਹੈਗੀ ਹੈ ਉਹ ਥੋੜ੍ਹੀ ਇੰਪਰੂਵ ਹੋਏਗੀ। ਜਿਹੜੇ ਐਗਰੀਕਲਚਰ ਵਰਕਰਸ ਦੀ ਗੱਲ ਕੀਤੀ ਜਿਨ੍ਹਾਂ ਦਾ ਲਾਸਟ ਫੇਜ਼ 'ਤੇ ਪੜਾ ਹੈ, ਉਸ ਨੂੰ ਕੀ ਇੱਕ ਬੈਕ ਬੈਂਚਰ ਕੈਟੇਗਰੀ ਮੰਨਿਆ ਜਾਂਦਾ ਵੀ ਉਸਨੂੰ ਆਖਰੀ ਸਟੇਜ 'ਤੇ ਆ ਰਿਹਾ? ਕਿਉਂਕਿ PT ਬਾਰੇ ਕਿਹਾ ਜਾਂਦਾ ਕਿ PT IELTS ਦੇ ਮੁਕਾਬਲੇ ਦੇ ਉੱਪਰ ਸੁੱਖ ਹੈ, ਪਰ ਇਹ ਮੇਰੀ ਸਟੇਟਮੈਂਟ ਨਹੀਂ ਹੈ। ਔਰ ਬੇਸਿਕਲੀ ਗੱਲ ਕੀ ਹੈ ਕਿ ਇਹ ਇੰਡੀਵਿਜੂਅਲ ਅਪਰੋਚ ਹੈ ਕਿ ਆਪਾਂ ਕਿਸ ਤਰੀਕੇ ਦੇ ਨਾਲ ਕਿੱਥੇ ਕੰਫਰਟੇਬਲ ਹੈਗੇ। ਦ ਈਵਨਿੰਗ ਸ਼ੋਅ ਦੇ ਵਿੱਚ ਇੱਕ ਵਾਰ ਫੇਰ ਸਵਾਗਤ ਹੈ। ਅਤੇ ਹੁਣ ਅੱਜ ਦੀ ਸਾਡੀ ਗੱਲਬਾਤ ਇੱਕ ਖਾਸ ਵਿਸ਼ੇ ਦੇ ਉੱਤੇ ਹੈ, ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਾਂ। ਅੱਜ ਅਸੀਂ ਗੱਲ ਕਰਾਂਗੇ ਟੈਂਪਰੇਰੀ ਫੋਰਨ ਵਰਕਰਸ ਪਰਮਿਟ ਦੇ ਉੱਤੇ ਪ੍ਰੋਗਰਾਮ ਦੇ ਵਿੱਚ ਤਹਿਤ ਕੰਮ ਕਰ ਰਹੇ, ਅਤੇ ਇਸ ਦੇ ਨਾਲ ਹੀ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਦੇ ਤਹਿਤ ਜਿਹੜੇ ਵੀ ਲੋਕ ਕੰਮ ਕਰ ਰਹੇ ਨੇ ਕੈਨੇਡਾ ਦੇ ਵਿੱਚ, ਉਹਨਾਂ ਦੇ ਪਰਿਵਾਰਾਂ ਨੂੰ ਫੈਸਿਲੀਟੇਟ ਕਰਨ ਲਈ ਇੱਕ ਨਵਾਂ ਪ੍ਰੋਗਰਾਮ, ਇੱਕ ਨਵੀਂ ਸਕੀਮ ਲਿਆਂਦੀ ਗਈ ਹੈ। ਸੋ 30 ਜਨਵਰੀ ਤੋਂ ਰੋਲ ਆਊਟ ਹੈ ਸਕੀਮ ਦਾ। ਇਸ ਦਾ ਪੂਰਾ ਵੇਰਵਾ ਦੇਣ ਲਈ ਸਾਡੇ ਨਾਲ ਰੈਡ FM ਦੇ ਸਟੂਡੀਓ ਦੇ ਵਿੱਚ ਸੰਦੀਪ ਜੈਨ ਸਾਹਿਬ ਹੈਗੇ ਨੇ, ਜੋ ਕਿ ਐਕਮੇ ਵੀਜ਼ਾ ਸੋਲਿਊਸ਼ਨਜ਼ ਤੋਂ ਹੈਗੇ ਨੇ। ਸੰਦੀਪ ਜੀ, ਬਹੁਤ ਬਹੁਤ ਸਵਾਗਤ ਹੈ ਰੈਡ FM 'ਤੇ। ਹਾਂਜੀ, ਸਤਿ ਸ਼੍ਰੀ ਅਕਾਲ, ਨਮਸਕਾਰ ਜੀ ਰਿਤੇਸ਼ ਜੀ, ਤੁਹਾਡਾ ਅਤੇ ਤੁਹਾਡੇ ਸਾਰੇ ਦਰਸ਼ਕਾਂ ਦਾ ਜੀ। ਸੰਦੀਪ ਜੀ, ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗਾ ਕਿ ਇਹ ਜਿਹੜੀ ਕੈਟੇਗਰੀ ਹੈ, ਇਹ ਪਹਿਲੀਆਂ ਕੈਟੇਗਰੀਜ਼ ਨਾਲੋਂ ਮੈਨੂੰ ਲੱਗਦਾ ਪਹਿਲਾਂ ਵੀ ਜਦੋਂ ਵਰਕਰਸ ਸਨ, ਟੈਂਪਰੇਰੀ ਵਰਕਰਸ ਸਨ, ਉਹਨਾਂ ਦੇ ਪਰਿਵਾਰਾਂ ਨੂੰ ਪਹਿਲਾਂ ਵੀ ਓਪਨ ਵਰਕ ਪਰਮਿਟ ਮਿਲ ਸਕਦੇ ਸਨ। ਸੋ ਥੋੜ੍ਹਾ ਜਿਹਾ ਭੇਦ ਹੈ, ਫਰਕ ਹੈ, ਡਿਫਰੈਂਸ ਹੈ। ਹਾਂਜੀ, ਦੇਖੋ ਇਸ ਤਰ੍ਹਾਂ ਹੈਗਾ ਕਿ ਸਭ ਤੋਂ ਪਹਿਲਾਂ ਇਸ ਵੇਲੇ ਕੈਨੇਡਾ ਦੀ ਪਿਛਲੇ ਪੋਸਟ ਕੋਵਿਡ ਗਵਰਨਮੈਂਟ ਨੇ ਇਹ ਦੇਖਿਆ ਕਿ ਵੀ ਕਾਫੀ ਜ਼ਿਆਦਾ ਜਿਹੜੀ ਹੈਗੀ ਹੈ ਵਰਕਰਸ ਦੀ ਕੈਨੇਡਾ ਦੇ ਵਿੱਚ ਸ਼ੋਰਟੇਜ ਹੈ। ਔਰ ਆਪਾਂ ਕਿਤੇ ਵੀ ਸਟੋਰਾਂ 'ਤੇ ਚਲੇ ਜਾਈਏ, ਫੂਡ ਸੈਕਟਰ 'ਚ ਚਲੇ ਜਾਈਏ, ਮੈਨੂਫੈਕਚਰਿੰਗ ਸੈਕਟਰ 'ਚ ਚਲੇ ਜਾਈਏ, ਵਰਕਰਸ ਦੀ ਕ੍ਰਿਟੀਕਲ ਸ਼ੋਰਟੇਜ ਹੈ, ਚਾਹੇ ਉਹ ਕੰਸਟਰਕਸ਼ਨ ਹੈ। ਸੋ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਇਹਨਾਂ ਨੇ ਕੀ ਕੀਤਾ ਹੈ ਕਿ 3 ਫੇਜ਼ਿਸ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਵਰਕਰਸ ਜਿਹੜੇ ਨੇ ਇੱਥੇ ਕੈਨੇਡਾ ਦੇ ਵਿੱਚ ਆਲਰੇਡੀ ਕੰਮ ਕਰ ਰਹੇ ਨੇ, ਉਹ ਆਪਣੇ ਪਰਿਵਾਰ ਨੂੰ ਜਿਹੜੀ ਵਰਕਿੰਗ ਏਜ ਬੱਚੇ ਨੇ 16 ਸਾਲ ਤੋਂ ਜਾਂ 16 ਸਾਲ ਤੋਂ ਵਧੇਰੇ 22 ਸਾਲ ਦੀ ਉਮਰ ਤੱਕ ਜਿਹੜੇ ਡਿਪੈਂਡੈਂਟ ਬੱਚੇ ਨੇ, ਅਤੇ ਜਾਂ ਉਹਨਾਂ ਦੀਆਂ ਜਿਹੜੀਆਂ ਸਪਾਊਸਿਸ ਨੇ ਉਹਨਾਂ ਨੂੰ ਆਪਾਂ ਮਤਲਬ ਹੁਣ ਓਪਨ ਵਰਕ ਪਰਮਿਟ ਦੇ ਉੱਪਰ ਬੁਲਾ ਸਕਦੇ ਹਾਂ। ਫਰਕ ਕੀ ਪਹਿਲਾਂ ਪਿਆ, ਪਹਿਲਾਂ ਸਿਰਫ ਜਿਹੜਾ ਸੀ ਇਹ ਹਾਈ ਸਕਿੱਲ ਕੈਟਾਗਰੀ ਦੇ ਵਿੱਚ ਐਲੀਜੀਬਲ ਸੀ। ਜਿਵੇਂ ਪਹਿਲਾਂ ਆਪਾਂ ਆਮ ਕਹਿੰਦੇ ਹਾਂ ਕਿ ਵੀ ਪਹਿਲਾਂ ਨਵੰਬਰ 2022 ਤੱਕ ਜਿਹੜਾ ਸੀ ਅਸੀਂ ਨੋਕ ਸਿਸਟਮ ਯੂਜ਼ ਕਰਦੇ ਸੀ, ਹੁਣ ਟੀਅਰ ਸਿਸਟਮ ਯੂਜ਼ ਕਰਦੇ ਹਾਂ, ਜਿਹਦੇ ਵਿੱਚ OAB ਕੈਟਾਗਰੀ ਵਾਲੇ ਜਿਹੜੇ ਸਪਾਊਸਿਸ ਸੀ ਜਿਹੜੇ ਕੈਨੇਡਾ 'ਚ ਕੰਮ ਕਰ ਰਹੇ, ਉਹ ਆਪਣੇ ਪਾਰਟਨਰਸ ਨੂੰ ਬੁਲਾ ਸਕਦੇ ਸੀ। ਹੁਣ ਜਿਹੜਾ ਹੈਗਾ ਜਿਹੜਾ ਬੁਲਾ ਸਕਣਗੇ ਜਿਹੜੇ ਮਤਲਬ ਆਪਣੀ ਕੈਟਾਗਰੀ C ਅਤੇ D, ਜਾਂ ਜਿਹੜਾ ਹੁਣ ਟੀਅਰ ਸਿਸਟਮ ਹੋ ਗਿਆ ਉਹ 1 2 3 4 5। ਸੋ ਉਹਦੇ ਵਿੱਚ ਕੀ ਹੈ ਕਿ ਜਿਹੜਾ 4 5 ਵਾਲੇ ਜਿਹੜੇ ਲੋ ਸਕਿੱਲ ਵਾਲੇ ਜਿਹੜੇ ਨੇ ਉਹ ਵੀ ਬੁਲਾ ਸਕਦੇ ਨੇ। ਔਰ ਇਹ ਗਵਰਨਮੈਂਟ ਨੇ ਪ੍ਰੋਗਰਾਮ ਜਿਹੜਾ 30 ਜਨਵਰੀ ਤੋਂ ਲਾਂਚ ਕੀਤਾ ਹੈ, ਔਰ ਇਹ 3 ਫੇਜ਼ਿਸ ਦੇ ਵਿੱਚ ਇਹ ਵਾਲਾ ਪ੍ਰੋਗਰਾਮ ਹੋਏਗਾ। ਇਸ ਵੇਲੇ ਜਿਹੜਾ ਪਹਿਲਾਂ ਹੁਣ ਸਟਾਰਟ ਕੀਤਾ ਗਿਆ ਹੈ, ਇਸ ਵੇਲੇ ਜਿਹੜਾ ਹੈਗਾ ਲੋ ਸਕਿੱਲ ਬਟ ਹਾਈ ਵੇਜਿਸ ਕੈਟਾਗਰੀ ਵਾਲੇ ਇਹਨਾਂ ਨੂੰ ਇਨਵੀਟੇਸ਼ਨ ਦਿੱਤਾ ਹੋਇਆ। ਭਾਵ ਕੀ ਹੈ, ਹਰ ਪ੍ਰੋਵਿੰਸ ਦੀ ਇੱਕ ਸਰਵਿਸ ਕੈਨੇਡਾ ਨੇ ਇੱਕ ਵੇਜ ਨਿਰਧਾਰਿਤ ਕੀਤੀ ਹੈ, ਜਿਹਨੂੰ ਕਿ ਅਸੀਂ ਮੀਡੀਅਨ ਪ੍ਰੋਵਿੰਸ਼ੀਅਲ ਵੇਜ ਕਹਿੰਦੇ ਹਾਂ। ਉਹ ਵੇਜ ਜਿਵੇਂ ਹੁਣ ਆਪਾਂ BC ਦੀ ਐਗਜ਼ਾਮਪਲ ਲੈ ਲਈਏ, ਇਸ ਵੇਲੇ $26.44 ਹੈ ਪਰ ਆਵਰ, ਜਿਹੜਾ ਹੈ ਪਰ ਆਵਰ। ਜਿਹੜਾ ਵਰਕਰ ਆਪਣਾ ਇੱਥੇ ਬਿਲਕੁਲ ਕਲੀਅਰ ਡੈਫੀਨੇਸ਼ਨ ਹੈ ਇਹਦੀ ਕਿ ਜਿਹੜਾ ਵਰਕਰ ਇਸ ਵੇਲੇ 2644 ਤੋਂ ਵਧੇਰੇ ਕੰਮ ਕਰ ਰਿਹਾ ਹੈਗਾ, ਪਰ ਉਹਦੀ ਕੈਟਾਗਰੀ ਲੋ ਸਕਿੱਲ ਹੈ, ਟੀਅਰ 4 5 ਕੈਟਾਗਰੀ ਹੈ, ਮੰਨ ਲਓ ਕੰਸਟਰਕਸ਼ਨ ਹੈਲਪਰ ਹੈ, ਅਤੇ ਉਹਦੀ ਵੇਜ ਜਿਹੜੀ ਇਸ ਤੋਂ ਉੱਪਰ ਹੈਗੀ ਹੈ, ਉਹ ਆਪਣੇ ਪਰਿਵਾਰ ਨੂੰ ਮਤਲਬ ਆਪਣੀ ਸਪਾਊਸ ਨੂੰ ਅਤੇ ਆਪਣੇ ਬੱਚੇ ਜਿਹੜੇ 16 ਤੋਂ 22 ਸਾਲ ਤੱਕ ਉਹ ਬੁਲਾ ਸਕਦਾ ਹੈਗਾ। ਸ਼ਰਤ ਇੱਕ ਹੈ ਕਿ 6 ਮਹੀਨੇ ਤੋਂ ਵੱਧ ਉਹਦਾ ਜਿਹੜਾ ਵਰਕ ਵੀਜ਼ਾ ਹੈਗਾ ਉਹ ਰਹਿੰਦਾ ਹੋਵੇ।
ਠੀਕ ਹੈ, ਉਹਦੇ ਲੈਪਸ ਨਾ ਹੋਇਆ ਹੋਵੇ, ਉਹਦੇ ਲੈਪਸ ਹੋਣ ਦੇ ਵਿੱਚ 6 ਮਹੀਨੇ ਤੋਂ ਵੱਧ ਦਾ ਘੱਟ ਦਾ ਸਮਾਂ ਨਾ ਹੋਵੇ। ਲੇਕਿਨ ਇੱਥੇ ਵੀ ਜਾਣਨਾ ਚਾਹਾਂਗੇ ਜਿਹੜੀ ਹਾਈ ਵੇਜ ਸਟਰੀਮ ਹੈ, ਹਜੇ ਹਾਈ ਵੇਜ ਸਟਰੀਮ ਹੈ ਤੇ ਲੋ ਵੇਜ ਸਟਰੀਮ ਤੱਕ ਆਹਿਸਤਾ ਆਹਿਸਤਾ ਐਕਸਟੈਂਸ਼ਨ ਹੋਏਗੀ ਇਸ ਪ੍ਰੋਗਰਾਮ ਦੀ? ਸੋ ਇਹਦਾ ਜਿਵੇਂ ਮੈਂ ਦੱਸਿਆ ਕਿ 3 ਫੇਜ਼ਸ ਦੇ ਵਿੱਚ ਇਹ ਹੋਏਗਾ। 30 ਜਨਵਰੀ ਤੋਂ ਜਿਹੜੀਆਂ ਐਪਲੀਕੇਸ਼ਨਸ ਖੁੱਲੀਆਂ ਨੇ ਉਹ ਖੁੱਲੀਆਂ ਨੇ ਆਪਣੀਆਂ ਹਾਈ ਵੇਜ ਲੋ ਸਕਿੱਲ ਦੇ ਪਾਰਟਨਰਸ ਦੇ ਲਈ। ਹਾਈ ਵੇਜ ਤੇ ਹਾਈ ਸਕਿੱਲ ਪਹਿਲਾਂ ਹੀ ਸੀ, ਉਹਦੇ ਲਈ ਪਹਿਲਾਂ ਵੀ ਕੋਈ ਹਾਈ ਪ੍ਰੋਬਲਮ ਨਹੀਂ ਸੀ? ਵੇਜ ਹਾਈ ਸਕਿੱਲ ਜਿਹੜੀ ਹੈਗੀ, ਜਿਹੜੀ ਹਾਈ ਸਕਿੱਲ ਆ ਉਹਨੂੰ ਪਹਿਲਾਂ ਜਿਹੜੀਆਂ OAB ਜਾਂ ਟੀਅਰ O1 2 3 ਉਹਦੇ ਵਿੱਚ ਪਹਿਲਾਂ ਹੀ ਸੀਗੀ। ਉਹਦੇ ਵਿੱਚ ਤਾਂ ਆਪਾਂ ਜਦੋਂ ਮਰਜ਼ੀ ਉਹਨਾਂ ਦੀ ਫਾਈਲ ਲਗਾ ਸਕਦੇ ਹਾਂ। ਸਕਿੱਲ ਸੈਟ ਇਹਨਾਂ ਨੇ ਜਿਹੜਾ ਹੈਗਾ ਉਹ ਹੁਣ ਲੋਅਰ ਸਕਿੱਲ ਸੈਟ ਨੂੰ ਸਕਿੱਲ ਸੈਟ ਵਾਲੇ ਜਿਹੜੇ ਸੀਗੇ ਉਹ ਹੁਣ ਆਪਣੇ ਉਹਨਾਂ ਨੂੰ ਬੁਲਾ ਸਕਣਗੇ। ਪਹਿਲੇ ਫੇਜ਼ ਦੇ ਵਿੱਚ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਵੀ ਹਾਈ ਵੇਜ ਵਾਲੇ BC 'ਚ ਜਿਹੜੇ 2644 ਤੋਂ ਜਿਨ੍ਹਾਂ ਦੀ ਵੇਜ ਉੱਪਰ ਹੈਗੀ ਹੈ। ਹੁਣ ਦੂਜਾ ਫੇਜ਼ ਕੰਸਲਟੇਸ਼ਨ ਦੇ ਵਿੱਚ ਹੈ, ਜਿਹਦੇ ਵਿੱਚ ਸਾਰੇ ਹੀ ਵਰਕਰਸ ਚਾਹੇ ਉਹ ਲੋ ਵੇਜ ਹੋਣ, ਹਾਂਜੀ, ਤੇ ਲੋ ਵੇਜ ਹੋਣ, ਲੋ ਸਕਿੱਲ ਦੇ ਵਿੱਚ ਹੋਣ, ਉਹ ਆ ਸਕਣਗੇ। ਪਰ ਇਹਦੇ ਵਿੱਚ ਵੀ ਇੱਕ ਐਕਸੈਪਸ਼ਨ ਹੈ। ਫੇਜ਼ ਤੀਜੇ ਦੇ ਵਿੱਚ ਜਿਹੜੇ ਐਗਰੀਕਲਚਰ ਸਟਰੀਮ ਦੇ ਵਿੱਚ ਜਿਹੜੇ ਵਰਕਰ ਕੰਮ ਕਰ ਰਹੇ ਨੇ, ਜਿਹੜੇ ਖੇਤੀਬਾੜੀ ਦਾ ਕੰਮ ਕਰ ਰਹੇ ਨੇ, ਉਹ ਵਾਲੇ ਜਿਹੜੇ ਹੈਗੇ ਉਹ ਫੇਜ਼ 3 ਦੇ ਵਿੱਚ ਆਉਣਗੇ। ਸੋ ਇਹ ਚੀਜ਼ ਹੈ ਜੀ। तो अजय इस वक्त इंक्लूडेड नहीं है एग्रीकल्चर ते कोई टाइम फ्रेम है स्टेजेस किन्ने ओवर वीक्स ओवर मंथ्स ये पूरा दा पूरा प्रोग्राम अनफोल्ड होएगा? ਦੇਖੋ ਇਹਦੇ ਵਿੱਚ ਕੋਈ ਵੀ ਗਵਰਨਮੈਂਟ ਨੇ ਇਹਨੂੰ ਡਿਕਲੇਅਰ ਨਹੀਂ ਕੀਤਾ, ਕੋਈ ਡੇਟ ਨਿਰਧਾਰਿਤ ਨਹੀਂ ਕੀਤੀ। ਹਲੇ 30 ਜਨਵਰੀ ਤੋਂ ਜਿਹੜੀਆਂ ਪਹਿਲੀ ਤਰ੍ਹਾਂ ਦੀਆਂ ਫੇਜ਼ 1 ਦੀਆਂ ਐਪਲੀਕੇਸ਼ਨ ਸ਼ੁਰੂ ਕੀਤੀਆਂ ਨੇ। ਸੈਕੰਡ ਫੇਜ਼ ਵਾਲੀਆਂ ਅੰਡਰ ਕੰਸਲਟੇਸ਼ਨ ਹੈ। ਅਸੀਂ ਉਮੀਦ ਕਰਦੇ ਹਾਂ ਕਿਉਂਕਿ ਬੇਸਿਕਲੀ ਉਸ ਕੈਟਾਗਰੀ ਦੇ ਵਿੱਚ ਜਿਹੜਾ ਸਹੀ ਫਾਇਦਾ ਹੋਣਾ ਉਹਦੇ ਜਾ ਕੇ ਫਾਇਦਾ ਹੋਣਾ, ਕਿਉਂਕਿ ਵਰਕਰਸ ਜਿਹੜੇ ਨੇ ਉਹਦੇ ਵਿੱਚ ਬਹੁਤ ਨੇ ਜਿਹੜੇ ਕੰਮ ਕਰਦੇ ਨੇ। ਜਿਵੇਂ ਮਤਲਬ ਮੰਨ ਲਓ ਜਿਹੜੇ ਰੈਸਟੋਰੈਂਟਸ ਦੇ ਵਿੱਚ ਕਿਚਨ ਹੈਲਪਰਸ ਨੇ, ਜਿਵੇਂ ਮਤਲਬ ਫੂਡ ਪ੍ਰੋਸੈਸਿੰਗ ਯੂਨਿਟਸ ਦੇ ਵਿੱਚ ਜਿਹੜੇ ਵਰਕਰਸ ਕੰਮ ਕਰਦੇ ਨੇ, ਕਿਉਂਕਿ ਉਹ ਕਾਫੀ ਮਿਕਦਾਰ ਹੈ ਉਹਨਾਂ ਦੀ। ਉਹ ਮੇਨਲੀ ਜਿਹੜਾ ਗਵਰਨਮੈਂਟ ਦਾ ਇਹ ਪਲਾਨ ਹੈ ਕਿ ਇਹਦੇ ਵਿੱਚ ਤਕਰੀਬਨ 2 ਲੱਖ ਦੇ ਕਰੀਬ ਜਿਹੜੇ ਨੇ ਸਪਾਊਸਸ ਉਹਨਾਂ ਨੂੰ ਫਾਇਦਾ ਹੋਏਗਾ, ਉਹ ਆ ਸਕਣਗੇ। ਤੇ ਕੈਨੇਡਾ ਦੇ ਵਿੱਚ ਜਿਹੜੀ ਲੇਬਰ ਮਾਰਕੀਟ ਦੀ ਜਿਹੜੀ ਸ਼ਾਰਟੇਜ ਹੈਗੀ ਹੈ ਉਹ ਥੋੜੀ ਇੰਪਰੂਵ ਹੋਏਗੀ। ਦੇਖੋ ਜੀ, ਇਹਦੇ ਦੋਹਰੇ ਪੱਖ ਨੇ। ਇੱਕ ਤਾਂ ਲੇਬਰ ਸ਼ਾਰਟੇਜਸ ਨੂੰ ਦੂਰ ਕਰਨਾ ਹੈ ਤੇ ਇਹ ਜਿਹੜੇ ਪਰਿਵਾਰ ਆਪਣੇ ਜੀਆਂ ਦੇ ਨਾਲ ਰਲ ਸਕਣਗੇ, ਉਹਦੇ ਨਾਲ ਇੱਕ ਮਨੋਵਿਗਿਆਨਿਕ ਪੱਖ ਵੀ ਹੈ। ਤੁਸੀਂ ਉਸ ਚੀਜ਼ ਨੂੰ ਵੀ ਜੇ ਸਮਝੋਗੇ, ਅਫੋਰਡੇਬਿਲਿਟੀ ਦਾ ਇੱਕ ਕ੍ਰਾਈਸਿਸ ਜਿਹੜਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਉਹ ਇੱਕ ਵੱਖਰਾ ਕ੍ਰਾਈਸਿਸ ਹੈ ਵੀ ਇਕੱਲਾ ਆਦਮੀ ਇੱਥੇ ਆ ਕੇ ਕੰਮ ਕਰ ਰਿਹਾ ਹੈ, ਵਰਕ ਪਰਮਿਟ 'ਤੇ ਕੰਮ ਕਰ ਰਿਹਾ ਹੈ, ਉਸ ਦੇ ਲਈ ਆਪਣਾ ਗੁਜ਼ਾਰਾ ਕਰਨਾ ਜਾਂ ਫਿਰ ਆਪਣੀ ਸੇਵਿੰਗਸ ਕਰਕੇ ਬੈਕ ਹੋਮ ਭੇਜਣਾ ਵੀ ਇੱਕ ਚੈਲੰਜ ਹੈ। ਸੋ ਜੇ ਉਸਦੇ ਸਪਾਊਸਿਸ ਇੱਥੇ ਹੋਣਗੇ, ਪਰਿਵਾਰ ਦੇ ਹੋਰ ਮੈਂਬਰ ਇੱਥੇ ਹੋਣਗੇ, ਉਹਨਾਂ ਲਈ ਵੀ ਇੱਕ ਸਪੋਰਟ ਬਣ ਸਕਣਗੇ। 2 ਲੱਖ ਜੈਨ ਸਾਹਿਬ ਤੁਸੀਂ ਜ਼ਿਕਰ ਕੀਤਾ ਵੀ 2 ਲੱਖ ਸਪਾਊਸ ਦੇ ਪਾਰਟਨਰਸ ਨੂੰ ਬੁਲਾਇਆ ਜਾ ਰਿਹਾ ਹੈ। ਹਾਂਜੀ ਰਿਤੇਸ਼ ਜੀ, ਮੈਂ ਤੁਹਾਨੂੰ ਐਡ ਔਨ ਕਰਦਾ ਇੱਕ ਹੋਰ ਡਾਟਾ ਸੀਗਾ ਕਿ 2021 ਦੇ ਵਿੱਚ ਪਹਿਲੇ 9 ਮਹੀਨਿਆਂ ਦੇ ਵਿੱਚ ਜਿਹੜਾ ਵਰਕਰ ਸੀ ਕੈਨੇਡਾ ਦੇ ਵਿੱਚ ਤਕਰੀਬਨ 1,65,000 ਵਰਕਰ ਆਇਆ ਸੀ। ਤੇ 2022 ਜਿਹੜਾ ਆਪਣਾ ਪਿਛਲਾ ਟਾਈਮ ਗਿਆ ਜਨਵਰੀ ਤੋਂ ਲੈ ਕੇ ਅਕਤੂਬਰ 2022 ਤੱਕ 4 ਟਾਈਮਸ ਜ਼ਿਆਦਾ, ਤਕਰੀਬਨ 6.25 ਲੱਖ ਦੇ ਕਰੀਬ ਜਿਹੜਾ ਵੀਜ਼ਾ ਹੈ ਇਹਨਾਂ ਨੇ, ਜਿਹੜਾ ਵਰਕ ਵੀਜ਼ਾ ਹੈ ਉਹ ਇਹਨਾਂ ਨੇ ਕੀਤਾ। ਤੋ ਗਵਰਨਮੈਂਟ ਭਲੀ ਭਾਂਤੀ ਜਾਣਦੀ ਹੈ ਕਿ ਵੀ ਵਰਕਰਸ ਦੀ ਜਿਹੜੀ ਹੈਗੀ ਹੈ ਉਹ ਸ਼ਾਰਟੇਜ ਹੈ ਤੇ ਉਹਨੂੰ ਪੂਰਾ ਕਰਨ ਦੇ ਲਈ ਮਤਲਬ ਜਿਹੜਾ ਗਵਰਨਮੈਂਟ ਇਹ ਵੀ ਉਪਰਾਲਾ ਜਿਹੜਾ ਹੈਗਾ ਉਹਨੂੰ ਪੂਰਾ ਕਰਨ ਦੇ ਲਈ ਹੈ ਕਿ ਵੀ ਜੇ ਵਰਕਰਸ ਜਿਹੜੇ ਇੱਥੇ ਆਲਰੇਡੀ ਹੈਗੇ ਨੇ, ਜੋ ਉਹਨਾਂ ਦੀ ਫੈਮਿਲੀ ਨੂੰ ਨਾਲ ਲੈ ਆਈਏ ਤੇ ਉਹ ਬੈਟਰ ਹੈ। ਤੇ ਸਪਾਊਸਿਸ ਤੇ ਪਾਰਟਨਰਸ, ਕਾਮਨ ਪਾਰਟਨਰਸ, ਸਪਾਊਸਿਸ, ਇਹਨਾਂ ਦੇ ਵਿੱਚ ਕੀ ਕੈਟੇਗਰੀਜ਼ ਹੈ ਉਹ ਵੀ ਥੋੜਾ ਦੱਸੋ। ਤੇ ਰਿਸ਼ਤੇਦਾਰਾਂ ਦੇ ਵਿੱਚ ਫੈਮਿਲੀ ਮੈਂਬਰਸ ਨੂੰ, ਇਮੀਡੀਏਟ ਫੈਮਿਲੀ ਮੈਂਬਰਸ ਨੇ, ਬਲੱਡ ਰਿਲੇਸ਼ਨਸ ਨਹੀਂ, ਉਹਦੇ ਵਿੱਚ ਇਸ ਤਰ੍ਹਾਂ ਕੁਛ ਨਹੀਂ ਹੈ ਜੀ, ਬਿਲਕੁਲ ਕਲੀਅਰ ਹੈ। ਇਹਦੇ ਵਿੱਚ ਜਾਂ ਤੁਹਾਡਾ ਜਿਹੜਾ ਹੈਗਾ ਤੁਹਾਡਾ ਸਪਾਊਸ ਹੋਏਗਾ ਜਾਂ ਤੁਹਾਡਾ ਕਾਮਨ ਲਾਅ ਪਾਰਟਨਰ ਜਿਹੜਾ ਕਿ ਕਾਮਨ ਲਾਅ ਦੀ ਜਿਹੜੀ ਡੈਫੀਨੇਸ਼ਨ ਦੇ ਕੁਆਲੀਫਾਈ ਕਰਦਾ ਹੋਏਗਾ, ਜਾਂ ਤੁਹਾਡੇ ਜਿਹੜੇ ਬੱਚੇ ਨੇ ਜਿਹੜੇ ਤੁਹਾਡੇ ਉਹ ਜਿਹੜੇ 16 ਸਾਲ ਦੀ ਉਮਰ ਤੋਂ ਉੱਪਰ ਤੇ 22 ਸਾਲ ਤੋਂ ਘੱਟ, ਉਹ ਜਿਹੜੇ ਬੱਚੇ ਹੈਗੇ ਜਿਹੜੇ ਵਰਕਿੰਗ ਏਜ ਵਾਲੇ ਬੱਚੇ ਆਪਣੇ ਤੇ 16 ਸਾਲ ਦਾ ਬੱਚਾ ਕੰਮ ਕਰਦਾ, ਉਹ ਵਾਲੇ ਜਿਹੜੇ ਬੱਚੇ ਨੇ ਉਹ ਨਾਲ ਐਲੀਜੀਬਲ ਹੋਣਗੇ। ਇਸ ਦੇ ਨਾਲ ਹੀ ਜਿਹੜਾ ਮੈਂ ਇੱਕ ਮਨੋਵਿਗਿਆਨਿਕ ਪੱਖ ਦੀ ਵੀ ਗੱਲ ਕਰ ਰਿਹਾ ਸੀ ਕਿ ਇੱਕ ਸਪੋਰਟ ਸਿਸਟਮ ਹੈ, ਮੈਂ ਇਸ ਨੂੰ ਅਫੋਰਡੇਬਿਲਿਟੀ ਦੇ ਪੁਆਇੰਟ ਆਫ ਵਿਊ ਨਾਲ ਵੀ ਗੱਲ ਕਰਨਾ ਚਾਹਾਂਗਾ, ਕਿਉਂਕਿ ਇਕੱਲਾ ਰਹਿਣਾ ਇੱਥੋਂ ਦੇ ਖਰਚੇ ਕੱਢਣਾ, ਆਪਾਂ ਦੇਖ ਰਹੇ ਹਾਂ ਕਿ ਇਨਫਲੇਸ਼ਨ ਦੀ ਕੀ ਸਥਿਤੀ ਹੈ। ਜਿਹੜੇ ਐਗਰੀਕਲਚਰ ਵਰਕਰਸ ਦੀ ਗੱਲ ਕੀਤੀ ਜਿਨ੍ਹਾਂ ਦਾ ਲਾਸਟ ਫੇਜ਼ ਤੇ ਪੜਾ ਹੈ, ਉਸ ਨੂੰ ਕੀ ਇੱਕ ਬੈਕ ਬੈਂਚਰ ਕੈਟੇਗਰੀ ਮੰਨਿਆ ਜਾਂਦਾ ਵੀ ਉਸਨੂੰ ਆਖਰੀ ਸਟੇਜ ਤੇ ਆ ਰਿਹਾ, ਕਿਉਂਕਿ ਲੋ ਸਕਿੱਲ ਹੈ, ਉਸਦੀ ਰਿਕੁਆਇਰਮੈਂਟ ਘੱਟ ਹੈ, ਲੇਕਿਨ ਉਹਨਾਂ ਤੇ ਵੀ ਆਉਣਾ ਹੈ ਸਰਕਾਰ ਨੇ।
ਦੇਖੋ ਕਿਹਾ ਤਾਂ ਇਹੀ ਗਿਆ ਹੈਗਾ, ਪਹਿਲਾਂ ਮੇਰਾ ਖਿਆਲ ਇਹ ਦੇਖਣਾ, ਇਹੀ ਟੈਸਟ ਕਰਨਾ ਚਾਹੁੰਦੇ ਨੇ ਕਿੰਨੀਆਂ ਐਪਲੀਕੇਸ਼ਨਸ ਆਉਂਦੀਆਂ ਨੇ ਸਾਨੂੰ, ਕਿਉਂਕਿ ਇਹਨਾਂ ਨੇ ਇੱਕ ਨਿਰਧਾਰਤ ਜਿਹੜੀ ਹੈਗੀ ਆ ਤਕਰੀਬਨ ਇੱਕ ਅਪਰੋਕਸੀਮੇਟ ਦੱਸਿਆ ਸੀਗਾ ਕਿ ਇਹਦੇ ਵਿੱਚ 200,000 ਜਿਹੜੇ ਐਪਲੀਕੈਂਟਸ ਨੇ ਉਹਨਾਂ ਨੂੰ ਫਾਇਦਾ ਹੋ ਸਕਦਾ ਹੈਗਾ। ਬਟ ਇਹਦੇ ਲਈ ਇਹੀ ਹੈ ਕਿ ਉਹਨਾਂ ਨੇ ਤੀਸਰੇ ਨੰਬਰ ਦੇ ਉੱਪਰ ਤਰਜੀਹ ਦਿੱਤੀ ਹੈ ਐਗਰੀਕਲਚਰ ਵਰਕਰਸ ਨੂੰ। ਹਾਂਜੀ ਜੈਨ ਸਾਹਿਬ, ਇੱਥੇ ਮੈਂ ਇਹ ਵੀ ਜਾਣਨਾ ਚਾਹਾਂਗਾ ਕਿ ਓਵਰਆਲ ਇਹ ਤਾਂ ਚਲੋ ਇੱਕ ਵੱਖਰੀ ਪ੍ਰੋਗਰਾਮ ਦੀ ਗੱਲ ਹੋ ਗਈ, ਲੇਕਿਨ ਓਵਰਆਲ ਜਦੋਂ ਆਪਾਂ ਪੂਰਾ ਦਾ ਪੂਰਾ ਆਉਣ ਵਾਲੇ 3 ਸਾਲਾਂ ਦੇ ਵਿੱਚ ਤਕਰੀਬਨ 1.4 ਮਿਲੀਅਨ ਇਮੀਗ੍ਰੈਂਟਸ ਨੂੰ ਐਂਟਰਟੇਨ ਕਰਨਾ ਹੈ ਕੈਨੇਡਾ ਸਰਕਾਰ ਨੇ, ਇਹਨਾਂ ਦਾ ਆਪਣਾ ਟਾਰਗੇਟਸ ਹੈਗੇ ਨੇ। ਸੋ ਇਸ ਸਾਲ ਆਪਾਂ ਕਿੰਨਾ ਕੁ ਪ੍ਰੋਸੈਸ ਨੂੰ ਤੇਜ਼ ਹੁੰਦਾ ਹੋਇਆ ਵੇਖਾਂਗੇ, ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਇਹ ਵੀ ਸਵਾਲ ਹੁੰਦਾ ਹੈ ਵੀ ਠੀਕ ਹੈ ਕੈਟੇਗਰੀਆਂ ਖੋਲ੍ਹਤੀਆਂ ਗਈਆਂ, ਲੇਕਿਨ ਹੁਣ ਕੀ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹਦੇ ਵਿੱਚ ਵੀ ਕੋਈ ਫਰਕ ਪਏਗਾ? ਦੇਖੋ ਇਸ ਤਰ੍ਹਾਂ ਹੈਗਾ ਕਿ ਬੈਕਲੋਗ ਬਹੁਤ ਜ਼ਿਆਦਾ, ਆਪਾਂ ਸਾਰਿਆਂ ਨੂੰ ਪਤਾ ਹੈਗਾ ਕਿ ਬੈਕਲੋਗ ਵੱਧਦਾ ਗਿਆ ਔਰ ਗਵਰਨਮੈਂਟ ਉਹਨੂੰ ਕੰਟਰੋਲ ਨਹੀਂ ਕਰ ਸਕੀ। ਔਰ ਇਹ ਇੱਕ ਬੜਾ ਇੱਕ ਵੈਲ ਨੋਨ ਫੈਕਟ ਹੈਗਾ ਕਿ ਬੈਕਲੋਗ ਬਹੁਤ ਜ਼ਿਆਦਾ ਸੀ, ਪਰ ਪਿਛਲੇ ਅਸੀਂ ਤਕਰੀਬਨ 2 ਮਹੀਨਿਆਂ ਤੋਂ ਇਹ ਦੇਖਿਆ ਕਿ ਜਿਹੜਾ ਇੱਕ ਬੈਕਲੋਗ ਤਾਂ ਇਸ ਤਰ੍ਹਾਂ ਸੀਗਾ 2021 2022 ਦੇ ਸ਼ੁਰੂਆਤ ਦੇ ਵਿੱਚ ਜਾਂ ਮਿਡ ਤੱਕ, ਕਿ ਜਿਹੜੀਆਂ ਐਪਲੀਕੇਸ਼ਨਸ ਨੂੰ ਜਿਵੇਂ ਇੰਡੀਆ ਤੋਂ ਵਰਕ ਪਰਮਿਟ ਦੀ ਐਪਲੀਕੇਸ਼ਨ ਨੂੰ 18 ਮਹੀਨੇ ਤੱਕ ਦਾ 12 ਤੋਂ 18 ਮਹੀਨੇ ਤੱਕ ਦਾ ਟਾਈਮ ਲੱਗ ਰਿਹਾ ਸੀ, ਹੁਣ ਕਾਫੀ ਫਾਸਟ ਹੋਇਆ ਹੈਗਾ। ਸਪੈਸ਼ਲੀ ਇੰਡੀਆ ਤੋਂ ਜਿਹੜਾ ਹੈਗਾ ਕੁਛ ਐਪਲੀਕੇਸ਼ਨਸ ਨੇ ਜਿਹੜੀਆਂ ਤਕਰੀਬਨ 3 ਤੋਂ ਲੈ ਕੇ ਤੇ 8 ਵੀਕਾਂ ਦੇ ਵਿੱਚ, ਤਕਰੀਬਨ 3 to 8 ਵੀਕਸ ਦੇ ਵਿੱਚ ਫਾਈਲਾਂ ਜਿਹੜੀਆਂ ਹੈਗੀਆਂ ਨੇ ਉਹ ਕੰਪਲੀਟ ਪ੍ਰੋਸੈਸ ਹੋ ਰਹੀਆਂ ਨੇ। ਸੋ ਡੈਫੀਨੇਟਲੀ ਗਵਰਨਮੈਂਟ ਔਰ PR ਦੀਆਂ ਕਾਫੀ ਐਪਲੀਕੇਸ਼ਨਸ ਜਿਹੜੀਆਂ ਨੇ ਉਹ ਪ੍ਰੋਸੈਸ ਫਾਸਟ ਹੋ ਰਹੀਆਂ ਨੇ। ਕੋਈ ਐਪਲੀਕੇਸ਼ਨ ਜਿਹੜੀਆਂ ਫੈਡਰਲ ਲੈਵਲ ਦੇ ਉੱਪਰ ਜਿਹੜੀਆਂ PNP ਦੀਆਂ ਕੁਛ ਐਪਲੀਕੇਸ਼ਨ ਸੀਗੀਆਂ, ਜਿਹੜੀਆਂ ਐਪਲੀਕੇਸ਼ਨਸ ਫਸੀਆਂ ਰਹਿੰਦੀਆਂ ਸੀ, ਬਹੁਤ ਸਾਰੇ ਟਰੱਕ ਡਰਾਈਵਰਸ ਸੀਗੇ, ਹੁਣ ਟਰੱਕ ਡਰਾਈਵਰ ਤਾਂ ਚਲੋ ਸਕਿਲਡ ਦੇ ਵਿੱਚ ਆ ਗਿਆ ਹੈਗਾ, ਉਹ ਕਈ ਐਪਲੀਕੇਸ਼ਨ ਨੂੰ ਤਕਰੀਬਨ ਪੋਸਟ PNP ਜਿਹੜੀਆਂ ਐਪਲੀਕੇਸ਼ਨ ਸੀ 12 ਤੋਂ 16 ਮਹੀਨੇ ਦਾ 18 ਮਹੀਨੇ ਦਾ ਟਾਈਮ ਲੱਗਦਾ ਸੀ, ਉਹਨਾਂ 'ਚੋਂ ਕੁਛ ਐਪਲੀਕੇਸ਼ਨ ਇਸ ਤਰ੍ਹਾਂ ਨੇ ਜਿਹੜੀਆਂ 4-4 ਮਹੀਨੇ ਦੇ ਵਿੱਚ ਅਪਰੂਵ ਹੋਈਆਂ ਨੇ। ਸੋ ਡੈਫੀਨੇਟਲੀ ਗਵਰਨਮੈਂਟ ਉਪਰਾਲਾ ਕਰ ਰਹੀ ਹੈ ਕਿ ਟਾਈਮ ਲਾਈਨ ਨੂੰ ਘਟਾਉਣ ਦੀ, ਔਰ ਮਿਨਿਸਟਰ ਨੇ ਕਾਫੀ ਵਾਰੀ ਇਹਨੂੰ ਕਿਹਾ ਹੈਗਾ ਕਿ ਵੀ ਅਸੀਂ ਟਾਈਮ ਲਾਈਨਸ ਨੂੰ ਬਹੁਤ ਸੀਰੀਅਸਲੀ ਅਸੀਂ ਇਹਨੂੰ ਘਟਾਵਾਂਗੇ। ਇਵਨਿੰਗ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੁਹਾਡੇ ਮੁਖਾਤਬ ਹਾਂ, ਅਤੇ ਇਸ ਵਕਤ ਮੇਰੇ ਨਾਲ ਸੰਦੀਪ ਜੈਨ ਸਾਹਿਬ। ਚਰਚਾ ਚੱਲਦੀ ਪਈ ਹੈ ਟੈਂਪਰੇਰੀ ਫੋਰਨ ਵਰਕਰਸ ਦੇ ਉੱਤੇ। ਪ੍ਰੋਸੈਸਿੰਗ ਟਾਈਮ ਦਾ ਤੁਸੀਂ ਜ਼ਿਕਰ ਕੀਤਾ, ਲੇਕਿਨ ਹੁਣ ਆਉਣ ਵਾਲੇ ਸਮਿਆਂ ਦੇ ਵਿੱਚ, ਆਉਣ ਵਾਲੇ ਇਸ ਸਾਲ ਦੇ ਵਿੱਚ ਆਪਾਂ ਪ੍ਰੋਸੈਸ ਨੂੰ ਬਹੁਤ ਤੇਜ਼ ਹੁੰਦਾ ਹੋਇਆ ਵੇਖਣਾ ਹੈ, ਰਾਈਟ? ਕੁਝ ਦਿਨ ਪਹਿਲਾਂ ਇੱਕ ਅਜਿਹੀ ਅਨਕਨਫਰਮਡ ਰਿਪੋਰਟ ਆਈ ਸੀ ਗਲੋਬ ਐਂਡ ਮੇਲ ਦੇ ਉੱਤੇ ਕਿ ਸਿਰਫ ਵਰਕਰਸ ਦੇ ਪੁਆਇੰਟ ਆਫ ਵਿਊ ਨਾਲ ਨਹੀਂ, ਬਲਕਿ ਜਿਹੜੇ ਵਿਜ਼ਟਰ ਵੀਜ਼ਾਸ ਹੈਗੇ ਨੇ ਉਹਨਾਂ ਦੇ ਪੱਖੋਂ ਵੀ ਸਰਕਾਰ ਸਪੀਡ ਅਪ ਕਰਨਾ ਚਾਹ ਰਹੀ ਹੈ। ਬੈਕਲੌਗ ਨੂੰ ਰਿਡਿਊਸ ਕਰਨਾ ਇੱਕ ਬੜੀ ਵੱਡੀ ਪ੍ਰਾਇੋਰਟੀ ਹੈ ਅਤੇ ਕਈ ਕੰਡੀਸ਼ਨਸ ਵੇਵ ਆਫ ਕੀਤੀਆਂ ਜਾਣਗੀਆਂ। ਇਹ ਚਰਚਾ ਸੀ, ਹਾਲਾਂਕਿ ਇਸ ਦੇ ਬਾਰੇ ਕੋਈ ਪਾਲਿਸੀ ਡਰਾਫਟ ਦੀ ਗੱਲ ਕੀਤੀ ਗਈ ਸੀ, ਪਾਲਿਸੀ ਮੈਮੋ ਦੀ ਗੱਲ ਕੀਤੀ ਗਈ ਸੀ ਸ਼ੌਨ ਫਰੇਜ਼ਰ ਜਾਂ ਜਿਹੜੀ ਸਾਡੀ ਮਿਨਿਸਟਰੀ IRCC ਹੈ, ਲੇਕਿਨ ਕੀ ਤੁਹਾਨੂੰ ਲੱਗਦਾ ਕਿ ਕੋਈ ਕੰਡੀਸ਼ਨਸ ਉਸ ਪੱਖੋਂ ਵੇਵ ਹੋਣਗੀਆਂ ਵਿਜ਼ਟਰ ਵੀਜ਼ਾ ਦੇ? ਜੇ ਆਪਾਂ ਪੁਆਇੰਟ ਆਫ ਵਿਜ਼ਟਰ ਵੀਜ਼ਾ ਦੇ ਵਿੱਚ ਇਸ ਤਰ੍ਹਾਂ ਵੇਵ ਨਹੀਂ ਹੋਣਗੀਆਂ। ਬੇਸਿਕਲੀ ਇੱਕ ਸਭ ਤੋਂ ਪਹਿਲਾਂ ਜਿਹੜਾ ਟੈਸਟ ਹੈਗਾ ਕਿ ਵਿਜ਼ਟਰ ਵੀਜ਼ਾ ਦੇ ਵਿੱਚ ਤੁਹਾਡੀ ਜਿਹੜੀ ਫਾਈਨੈਂਸ਼ੀਅਲ ਟਾਈਜ਼ ਅਤੇ ਫੈਮਿਲੀ ਟਾਈਜ਼ ਜਿਹੜੀਆਂ ਹੈਗੀਆਂ ਉਹ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਕੈਨੇਡਾ ਆ ਕੇ ਤੁਸੀਂ ਵਾਪਸ ਮੁੜਨਾ ਹੈਗਾ। ਸੋ ਇਹ ਵਾਲਾ ਜਿਹੜਾ ਟੈਸਟ ਹੈਗਾ ਇਹ ਤਾਂ ਵੇਵ ਨਹੀਂ ਕਰਨ ਲੱਗੇ ਹੈਗੇ। ਹਾਂ, ਡੈਫੀਨੇਟਲੀ ਹੈ ਕਿ ਜੇਕਰ ਮਤਲਬ ਕੋਈ ਤੁਹਾਡਾ ਰਿਸ਼ਤੇਦਾਰ ਹੈ, ਤੁਹਾਡੇ ਪੇਰੈਂਟਸ ਹੈ, ਜਾਂ ਇਮੀਡੀਏਟ ਤੁਹਾਡੇ ਫੈਮਿਲੀ ਮੈਂਬਰ ਜਾਂ ਐਕਸਟੈਂਡਡ ਫੈਮਿਲੀ ਤੁਹਾਡੀ ਇੱਥੇ ਹੈਗੀ ਹੈ, ਉਹ ਐਸਟੈਬਲਿਸ਼ ਹੈ, ਅਤੇ ਡੈਫੀਨੇਟਲੀ ਜਿਹੜਾ ਹੈਗਾ ਉਹਦੇ ਵਿੱਚ ਚਾਂਸਿਸ ਜਿਹੜੇ ਵੀਜ਼ਾ ਐਪਲੀਕੇਸ਼ਨ ਦੇ ਸਕਸੈਸ ਦੇ ਉਹ ਬਿਹਤਰ ਆਉਣ ਵਾਲੇ ਟਾਈਮ ਦੇ ਵਿੱਚ ਹੋਣਗੇ। ਔਰ ਪ੍ਰੋਸੈਸਿੰਗ ਜਿਹੜੀ ਹੈ, ਕਿਉਂਕਿ ਵਿਜ਼ਟਰ ਵੀਜ਼ਾ ਦੀ ਕਈ ਐਪਲੀਕੇਸ਼ਨ ਤਾਂ ਸਾਲਾਂ ਬੱਧੀ ਪ੍ਰੋਸੈਸ ਦੇ ਵਿੱਚ ਸੀਗੀਆਂ, ਸੋ ਇਹਦੇ ਬਾਰੇ ਡੈਫੀਨੇਟਲੀ ਗੱਲ ਹੋਈ ਹੈ ਕਿ ਜਿਹੜੀਆਂ ਐਪਲੀਕੇਸ਼ਨਸ ਦੀ ਪ੍ਰੋਸੈਸਿੰਗ ਹੈ ਉਹ ਫਾਸਟ ਹੋਏਗੀ। ਅਤੇ ਉਹਦਾ ਕੋਈ ਕ੍ਰਾਈਟੇਰੀਆ ਨਹੀਂ ਹੈ, ਕੋਈ ਛੋਟ ਐਸੀ ਨਹੀਂ ਹੈ? ਐਸੀ ਹਲੇ ਛੋਟ ਕੋਈ ਨਹੀਂ ਹੈਗੀ। ਉਹਦੇ ਵਿੱਚ ਇੱਕ ਚੀਜ਼ ਇਹ ਗੱਲ ਆਈ ਸੀ ਜਿਹੜੀ ਹਲੇ ਡਾਕੂਮੈਂਟਡ ਨਹੀਂ ਹੈ, ਜਿਹੜਾ ਸੈਕਸ਼ਨ 200 ਹੈ ਜਿਹਦੇ ਵਿੱਚ ਆਪਾਂ ਵਰਕ ਪਰਮਿਟ ਦੀ ਫਾਈਲ ਲਗਾਉਂਦੇ ਹਾਂ, ਉਹਦੇ 'ਚ ਇੱਕ ਟੈਸਟ ਹੁੰਦਾ ਕਿ ਵੀ ਇਹਨੇ ਬੰਦੇ ਨੇ ਕੰਮ ਕਰਕੇ, ਇਹਨੇ ਆਪਣੇ ਆਥੋਰਾਈਜ਼ ਪੀਰੀਅਡ ਦੇ ਵਿੱਚ ਕੰਮ ਕਰਕੇ ਇਹਨੇ ਵਾਪਸ ਮੁੜਨਾ, ਉਹਨੂੰ ਟੈਸਟ ਨੂੰ ਕਰਦੇ ਨੇ, ਸਕਰੀਨ ਕਰਦਾ ਹੈ ਵੀਜ਼ਾ ਆਫਿਸਰ ਜਦੋਂ ਵੀਜ਼ਾ ਦਿੰਦਾ ਹੈਗਾ। ਜਿਹੜਾ ਵਰਕਰ ਜਾਂ ਕੋਈ ਵੀ ਇੱਥੇ ਟੈਂਪਰੇਰੀ ਜਾਂ ਚਾਹੇ ਜਿਹੜਾ ਸਟੂਡੈਂਟ ਆਉਂਦਾ ਹੈਗਾ, ਇਹਦੇ ਵਿੱਚ ਕੁਛ ਵੇਵ ਕਰਨ ਦੀ ਗੱਲ ਚੱਲੀ ਹੈ, ਪਰ ਹਲੇ ਕੋਈ ਵੀ ਕਨਫਰਮ ਗਵਰਨਮੈਂਟ ਵੱਲੋਂ ਕੋਈ ਲੈਜਿਸਲੇਸ਼ਨ ਬਣ ਕੇ ਜਾਂ ਕੋਈ ਇਹੋ ਜਿਹਾ ਕੋਈ ਨੋਟ ਮਿਨਿਸਟਰ ਵੱਲੋਂ ਨਹੀਂ ਆਇਆ ਹੈਗਾ। ਇੱਥੇ ਮੈਂ ਵੀ ਜਾਣਨਾ ਚਾਹਾਂਗਾ, ਜਿਹੜਾ ਟੈਂਪਰੇਰੀ ਫੋਰਨ ਵਰਕਰਸ ਦੀ ਆਪਾਂ ਗੱਲ ਕਰਦੇ ਪਏ ਹਾਂ, ਜਿਨ੍ਹਾਂ ਦੇ ਫੈਮਿਲੀ ਮੈਂਬਰਸ ਨੂੰ ਹੁਣ ਇਸ ਪ੍ਰੋਗਰਾਮ ਦੇ ਤਹਿਤ ਫਾਇਦਾ ਹੋ ਸਕਦਾ ਹੈ, ਉਹਦੇ ਵਿੱਚ ਉਹ ਵਾਲੇ ਸਟੂਡੈਂਟਸ ਜੋ ਕਿ ਇੱਥੇ ਪੜ੍ਹ ਰਹੇ ਸਨ ਜਾਂ ਜਿਨ੍ਹਾਂ ਨੂੰ ਓਪਨ ਵਰਕ ਪਰਮਿਟ ਮਿਲ ਗਏ, ਉਹ ਵੀ ਇਸ ਦਾਇਰੇ ਦੇ ਵਿੱਚ ਆਉਂਦੇ ਨੇ, ਉਹ ਵੀ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਸਕਦੇ ਨੇ? ਆਈ ਥਿੰਕ ਦੇ ਆਰ ਕਵਰਡ। ਤੁਹਾਡਾ ਬੜਾ ਚੰਗਾ ਸਵਾਲ ਹੈ ਇਹ ਰਤੀਸ਼ ਜੀ।
ਬੇਸਿਕਲੀ ਕੀ ਹੈ ਕਿ ਜਿਹੜਾ ਵੀ ਇੱਥੇ ਸਟੂਡੈਂਟ ਹੈ, ਜਿਹੜਾ ਵੀ ਕਿਸੇ ਕਮਿਊਨਿਟੀ ਕਾਲਜ ਦੇ ਵਿੱਚ ਜਾਂ ਕਿਸੇ ਪ੍ਰਾਈਵੇਟ ਕਾਲਜ ਜਿਹੜਾ ਕਿ ਡਿਗਰੀ ਇੰਪਾਰਟਿੰਗ ਪ੍ਰਾਈਵੇਟ ਇੰਸਟੀਚਿਊਟ ਆ ਉਹ 'ਚ ਬੱਚਾ ਪੜ੍ਹ ਰਿਹਾ ਹੈਗਾ ਅਤੇ ਉਹ ਮੈਰਿਡ ਹੈ, ਸਪਾਊਸ ਉਹਦੀ ਹੈਗੀ ਹੈ, ਉਹ ਆਲਰੇਡੀ ਅਪਲਾਈ ਕਰ ਸਕਦੇ ਸੀ ਆਪਣੇ ਸਪਾਊਸ ਦੇ ਲਈ ਓਪਨ ਵਰਕ ਪਰਮਿਟ ਦੇ ਲਈ। ਸੈਕਿੰਡ ਜਿਹੜੀ ਹੈਗਾ, ਹੁਣ ਜੇਕਰ ਕੋਈ ਮਤਲਬ ਓਪਨ ਵਰਕ ਪਰਮਿਟ 'ਤੇ ਕੰਮ ਕਰ ਰਿਹਾ, ਓਪਨ ਵਰਕ ਪਰਮਿਟ ਆਫ ਕੈਂਪਸ ਵਾਲੇ ਐਲੀਜੀਬਲ ਨਹੀਂ ਗੇ, ਜਾਂ ਜਿਹੜੇ ਜਦੋਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਐਪਲੀਕੇਸ਼ਨ ਪਾਈ ਹੋਵੇ ਅਤੇ ਟ੍ਰਾਂਜੀਸ਼ਨ ਦੇ ਵਿੱਚ ਹੋਣ, ਉਹਦੇ ਵਿੱਚ ਨਹੀਂ ਗੇ। ਜੇਕਰ ਕੋਈ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਲੇ ਇੱਥੇ ਹੈਗੇ ਨੇ, ਜੇ ਉਹ ਲੋ ਸਕਿੱਲ ਦੇ ਵਿੱਚ ਵੀ ਕੰਮ ਕਰ ਰਹੇ ਨੇ ਪਰ ਇਸ ਵੇਲੇ ਹਾਈ ਵੇਜ ਦੇ ਉੱਪਰ ਨੇ, ਅਤੇ ਉਹ ਡੈਫੀਨੇਟਲੀ ਜਿਹੜੇ ਹੈਗੇ ਆ ਉਹ ਵੀ ਆਪਣੇ ਮਤਲਬ ਆਪਣੇ ਸਪਾਊਸ ਨੂੰ ਬੁਲਾ ਸਕਦੇ ਹੈਗੇ। ਇੱਕ ਨਵਾਂ ਇੰਗਲਿਸ਼ ਸਪੀਕਿੰਗ ਟੈਸਟ ਜਿਹੜਾ ਹੈ ਪੀਅਰਸਨ, ਉਸ ਦੇ ਬਾਰੇ ਵੀ ਇੱਕ ਨਵੀਂ ਅਨਾਊਂਸਮੈਂਟ ਹੋਈ ਹੈ IRCC ਵੱਲੋਂ। ਸੋ ਆਇਲਟਸ ਦੇ ਨਾਲ ਤੇ ਜਿਹੜੇ ਹੋਰ ਐਗਜ਼ਿਸਟਿੰਗ ਇੰਗਲਿਸ਼ ਲੈਂਗੁਏਜ ਟੈਸਟ ਸਨ, ਇਸ ਟੈਸਟ ਦੇ ਬਾਰੇ ਕੀ ਅਪਡੇਟ ਹੈਗੀ ਹੈ? ਅਤੇ ਇਸ ਸਾਲ ਦੇ ਐਂਡ ਤੋਂ ਇਹ ਟੈਸਟ ਸ਼ੁਰੂ ਹੋਏਗਾ, ਸੋ ਇਹਦੀ ਲੋੜ ਕਿਉਂ ਪਈ? ਆਲਰੇਡੀ ਵੀ ਹੈਡ ਸਫੀਸ਼ੀਐਂਟ ਇੰਗਲਿਸ਼ ਲੈਂਗੁਏਜ ਟੈਸਟ। ਇੱਕ ਬੜੀ ਲੇਟੈਸਟ ਇਹ ਅਪਡੇਸ਼ਨ ਹੋਈ ਹੈ ਜੀ, ਔਰ ਇਹ ਪਹਿਲਾਂ ਸਾਡੇ ਇਸ ਅਨਾਊਂਸਮੈਂਟ ਤੋਂ ਪਹਿਲਾਂ ਅੱਜ ਤੱਕ ਮਤਲਬ ਇਸ ਵੇਲੇ ਕਰੰਟਲੀ ਜਿਹੜਾ ਹੈਗਾ 2 ਟੈਸਟ ਐਲੀਜੀਬਲ ਨੇ। IELTS ਜਿਹੜਾ ਹੈਗਾ, ਜਿਹੜਾ ਕਿ ਬ੍ਰਿਟਿਸ਼ ਕੌਂਸਲ ਅਤੇ ਜਾਂ IDP ਉਹਨੂੰ ਕੰਡਕਟ ਕਰਦੀ ਹੈਗੀ, ਅਤੇ ਦੂਸਰਾ ਟੈਸਟ ਹੈਗਾ ਸੈਲਫ ਪਿਪ ਟੈਸਟ ਹੈਗਾ। ਸੋ ਇਹ ਦੋ ਟੈਸਟ ਨੇ ਜਿਹਦੇ ਵਿੱਚ ਦੇ ਕੇ ਆਪਾਂ ਮਤਲਬ ਆਇਲਸ ਵਰਲਡ ਵਾਈਡ ਅਵੇਲੇਬਲ ਹੈ, ਬਟ ਇਹ ਹੈ ਕਿ ਜਿਹੜੇ ਕੰਟਰੀਜ਼ ਮੇਨ ਸੋਰਸ ਕੰਟਰੀਜ਼ ਨੇ, ਜਿਵੇਂ ਹੁਣ ਇੰਡੀਆ ਜਾਂ ਇਸ ਤਰ੍ਹਾਂ ਰਸ਼ ਹੋਣ ਕਰਕੇ ਜ਼ਿਆਦਾ ਮਤਲਬ ਹੈ, ਬਹੁਤ ਸਾਰੇ ਬੰਦੇ ਜਿਵੇਂ PT ਜਿਹੜਾ ਪੀਅਰਸਨ ਟੈਸਟ ਆਫ ਇੰਗਲਿਸ਼ ਜਿਹਨੂੰ ਕਹਿੰਦੇ ਆ ਆਪਾਂ, ਇਹ ਕਾਫੀ ਕੰਟਰੀਜ਼ ਦੇ ਵਿੱਚ ਐਲੀਜੀਬਲ ਹੈ। ਆਸਟ੍ਰੇਲੀਆ ਦੇ ਵਿੱਚ ਆਲਰੇਡੀ ਐਲੀਜੀਬਲ ਸੀ ਇਹ। ਸੋ ਇਹਨਾਂ ਨੇ ਉਸ ਚੀਜ਼ ਨੂੰ ਕਿ ਵੀ ਐਪਲੀਕੈਂਟ ਦੇ ਕੋਲ ਵੇਰੀਏਬਲ ਉਹਨਾਂ ਕੋਲ ਓਪਸ਼ਨਸ ਹੋਣ, ਔਰ PT ਜਿਵੇਂ ਆਪਣੇ ਕੰਟਰੀ ਇੰਡੀਆ ਵਗੈਰਾ ਹੈਗਾ ਵੀ ਵਾਈਡਲੀ ਉੱਥੇ ਅਵੇਲੇਬਲ ਹੈਗਾ। ਸੋ ਇਹ ਟੈਸਟ ਜਿਹੜਾ ਹੈਗਾ ਡੇਟ ਕੋਈ ਫਿਕਸ ਨਹੀਂ ਦੱਸੀ ਹੈਗੀ, ਪਰ ਇਸ ਸਾਲ ਦੇ ਐਂਡ ਤੱਕ 2023 ਤੱਕ, ਐਂਡ ਆਫ 2023 ਤੱਕ ਇਹ ਵੀ ਟੈਸਟ ਨੂੰ ਮਾਨਤਾ ਮਿਲ ਜਾਏਗੀ। ਤੋ ਇਹ ਵਾਲੇ ਟੈਸਟ ਦੇਣ ਵਾਲੇ ਜਿਹੜੇ ਹੈਗੇ ਉਹ ਵੀ ਐਲੀਜੀਬਲ ਹੋਣਗੇ। ਮੈਂ ਤੁਹਾਡੇ ਤੋਂ ਵੈਸੇ ਜਾਣਨਾ ਚਾਹਾਂਗਾ ਕਿ ਇਹ ਲੋਕਾਂ ਦੇ ਮਨਾਂ ਦੇ ਵਿੱਚ ਕੋਈ ਭਾਵ ਹੁੰਦਾ ਕਿ ਕਿਹੜਾ ਟੈਸਟ ਸੌਖਾ ਹੈ, ਕਿਹੜਾ ਸੌਖਾ ਕਲੀਅਰ ਹੋ ਸਕਦਾ ਹੈ? ਕਿਉਂਕਿ ਆਇਲਟਸ ਦਾ ਜਿਵੇਂ ਉਹਦਾ ਇੱਕ ਬਹੁਤ ਲੰਬਾ ਸਮਾਂ ਦੈਟ ਵਾਜ਼ ਦੀ ਓਨਲੀ ਟੈਸਟ, ਤਾਂ ਲੋਕਾਂ ਨੂੰ ਐਂ ਲੱਗਿਆ ਵੀ ਹੁਣ ਤਾਂ ਜੀ ਇਹਦੇ ਵਿੱਚ ਕਲੀਅਰ ਹੁੰਦਾ ਹੀ ਨਹੀਂ, ਬੰਦਾ ਹੀ ਨਹੀਂ ਕਲੀਅਰ ਹੁੰਦਾ। ਪਹਿਲੀ ਵਾਰ ਤਾਂ ਕਰਨਗੇ ਨਹੀਂ, ਫੀਸਾਂ ਵੱਧ ਲੈ ਲੈਂਦੇ ਨੇ, ਜਾਂ ਇਹਨਾਂ ਨੂੰ ਹੁੰਦਾ ਵੀ ਕਲੀਅਰ ਨਾ ਕਰੋ। ਸੋ ਕੀ ਇਸ ਮਾਨਸਿਕਤਾ ਦੇ ਨਾਲ ਵੀ ਫਰਕ ਪੈਂਦਾ ਹੈ ਕਿ ਲੋਕ ਨਵੇਂ ਟੈਸਟਾਂ 'ਤੇ ਜਾ ਰਹੇ ਨੇ ਕਿ ਸਾਰੇ ਸੇਮ ਲੈਵਲ ਦੇ ਹੁੰਦੇ ਨੇ? ਇਹ ਮਾਨਸਿਕਤਾ ਹੈ ਬੇਸਿਕਲੀ ਜਿਹੜੀ ਇਹ ਹੈਗੀ ਹੈ ਕਿ ਜਿਹੜਾ ਇੰਗਲਿਸ਼ ਦਾ ਲੈਵਲ ਹੈ ਉਹ ਤਾਂ ਤੁਹਾਡਾ ਸੇਮ ਹੀ ਹੁੰਦਾ ਹੈ ਕਿ ਜਿਹੜਾ ਉਹ ਦੈਟ ਇਜ਼ ਇਕੁਅਲ ਟੂ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਜਿਹੜੇ ਹੈਗੇ CLB ਜਿਹੜਾ ਆਪਾਂ। ਪਰ ਮੈਂ ਦੇਖਿਆ ਕਿ ਆਪਣੀ ਪ੍ਰੈਕਟਿਸ ਦੇ ਵਿੱਚ ਡਿਫਰੈਂਟ ਧਾਰਨਾ ਲੋਕਾਂ ਦੀ, ਜਿਵੇਂ ਹੁਣ ਕੁਛ ਲੋਕ ਕਹਿੰਦੇ ਸੀ ਕਿ ਸੈਲਫ ਪਿਪ ਜਿਹੜਾ ਹੈਗਾ ਉਹ ਸੌਖਾ ਹੈ ਇਨ ਕੰਪੈਰੀਜ਼ਨ ਟੂ IELTS। PT ਬਾਰੇ ਕਿਹਾ ਜਾਂਦਾ ਕਿ PT ਆਇਲਸ ਦੇ ਮੁਕਾਬਲੇ ਦੇ ਉੱਪਰ ਸੌਖਾ ਹੈ, ਪਰ ਇਹ ਮੇਰੀ ਸਟੇਟਮੈਂਟ ਨਹੀਂ ਹੈ। ਔਰ ਬੇਸਿਕਲੀ ਗੱਲ ਕੀ ਹੈ ਕਿ ਇਹ ਇੰਡੀਵਿਜੂਅਲ ਅਪਰੋਚ ਹੈ ਕਿ ਆਪਾਂ ਕਿਸ ਤਰੀਕੇ ਦੇ ਨਾਲ ਕਿੱਥੇ ਕੰਫਰਟੇਬਲ ਹੈਗੇ ਹਾਂ। ਕਈ ਵਾਰ ਸਾਈਕੋਲੋਜੀਕਲ ਵੀ ਹੁੰਦਾ ਵੀ ਇੱਕ ਟੈਸਟ ਨਹੀਂ ਕਲੀਅਰ ਹੋ ਰਿਹਾ ਤਾਂ ਬੰਦੇ ਨੂੰ ਲੱਗਦਾ ਸ਼ਾਇਦ ਦੂਸਰਾ ਟੈਸਟ ਬੈਨੀਫੀਸ਼ੀਅਲ ਹੋਏਗਾ। ਸੋ ਅੱਜ ਦੀ ਸਾਡੀ ਗੱਲਬਾਤ ਇੱਥੋਂ ਤੱਕ ਹੀ ਸੀ। ਤੁਹਾਡੇ ਸਾਰੇ ਮਨ ਦੇ ਵਿੱਚ ਸਵਾਲ ਜ਼ਰੂਰ ਹੋਣਗੇ ਕਿਉਂਕਿ ਨਵੀਂ ਪ੍ਰਣਾਲੀ ਸ਼ੁਰੂ ਹੋਣ ਜਾ ਰਹੀ ਹੈ। ਸੋ ਨਵੀਂ ਪ੍ਰਣਾਲੀ ਦੇ ਨਾਲ ਬਹੁਤ ਅਜਿਹੀਆਂ ਚੀਜ਼ਾਂ, ਬਹੁਤ ਅਜਿਹੇ ਕੰਸਰਨਸ ਹੁੰਦੇ ਨੇ, ਅਤੇ ਓਵਰ ਅ ਪੀਰੀਅਡ ਆਫ ਟਾਈਮ ਇਹਦੇ ਨਤੀਜੇ ਕੀ ਹੋਣਗੇ ਇਹ ਇੱਕ ਬਹੁਤ ਵੱਡਾ ਵੇਖਣ ਵਾਲਾ। ਅਤੇ ਕੁਛ ਹਫ਼ਤਿਆਂ ਇਫ ਆਈ ਐਮ ਨਾਟ ਰੋਂਗ, ਕੁਛ ਹਫ਼ਤਿਆਂ ਤੱਕ ਸਾਨੂੰ ਅੰਕੜੇ ਮਿਲਣੇ ਸ਼ੁਰੂ ਹੋਣਗੇ। 30 ਜਨਵਰੀ ਨੂੰ ਜੇ ਸ਼ੁਰੂ ਹੁੰਦਾ ਤਾਂ ਵੀਲ ਨੀਡ ਫਿਊ ਵੀਕਸ ਟੂ ਅਸੈਸ ਕਿ ਕਿੱਥੇ ਗੱਲ ਪਹੁੰਚੀ। ਦੇਖੋ ਉਹਦੇ 'ਚ ਇਸ ਤਰ੍ਹਾਂ ਹੈਗਾ ਰਿਤੇਸ਼ ਜੀ, ਕਿਉਂਕਿ ਇਹ ਵਾਲੀ ਜਿਹੜੀ ਕੈਟਾਗਰੀ ਹੈ, ਦੇਖੋ ਇਸ ਵੇਲੇ ਜਿਹੜਾ ਇਨਸਾਈਡ ਕੈਨੇਡਾ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ, ਦੋਨੇ ਤਰ੍ਹਾਂ ਦੇ ਵਰਕਰਸ ਐਲੀਜੀਬਲ ਨੇ ਨਾ। ਕਈਆਂ ਦੇ ਬਹੁਤ ਸਾਰੇ ਇੱਥੇ ਸਪਾਊਸਿਸ ਨੇ, ਜਿਵੇਂ ਇੱਥੇ ਬੰਦੇ ਕੰਮ ਕਰ ਰਹੇ ਨੇ, ਉਹਨਾਂ ਦੇ ਨਾਲ ਆਪਣੇ ਵਿਜ਼ਟਰ ਰੈਕਡ ਦੇ ਉੱਪਰ ਉਹਨਾਂ ਦੇ ਸਪਾਊਸਿਸ ਨਾਲ ਰਹਿ ਰਹੇ ਨੇ। ਹੁਣ ਜੇ ਆਪਾਂ ਇਨਸਾਈਡ ਕੈਨੇਡਾ ਉਹਨਾਂ ਦੀ ਐਪਲੀਕੇਸ਼ਨ ਲੱਗਦੀ, ਉਹਦਾ ਪ੍ਰੋਸੈਸਿੰਗ ਟਾਈਮ ਜ਼ਿਆਦਾ ਹੈ, ਇਸ ਵੇਲੇ 4 ਤੋਂ 5 ਮਹੀਨੇ ਹੈਗਾ। ਜੇ ਉਹ ਪੋਰਟ ਆਫ ਐਂਟਰੀ 'ਤੇ ਚੱਲ ਜਾਂਦੇ ਨੇ, ਮਤਲਬ ਜਿਹੜਾ ਇਸ ਵੇਲੇ ਆਪਣੀ ਪਬਲਿਕ ਪੋਲਿਸੀ ਨੂੰ ਨਾਲ ਲੈ ਕੇ ਚਲੇ ਜਾਂਦੇ ਨੇ ਕਿ ਅਸੀਂ ਲੋ ਸਕਿੱਲ ਦੇ ਉੱਪਰ ਕੰਮ ਕਰਦੇ ਪਏ ਹਾਂ ਵਿਦ ਆਲ ਦਾ ਪ੍ਰੂਫਸ ਕਿ ਵੀ ਉਹਦਾ ਸਪਾਊਸ ਇੱਥੇ ਕੈਨੇਡਾ ਦੇ ਵਿੱਚ ਲੀਗਲੀ ਕੰਮ ਕਰਦਾ ਪਿਆ ਹੈਗਾ, ਹਾਂਜੀ, ਲੋ ਸਕਿੱਲ ਦੇ ਉੱਪਰ ਬਟ ਹਾਈ ਵੇਜ ਦੇ ਉੱਪਰ ਕੰਮ ਕਰ ਰਿਹਾ, ਅਤੇ ਉਹ ਪੋਲਿਸੀ ਇਸ ਵੇਲੇ ਐਲੀਜੀਬਲ ਹੈਗੀ ਹੈ। ਤੁਸੀਂ ਪੋਰਟ ਆਫ ਐਂਟਰੀ 'ਤੇ ਜਾ ਕੇ ਆਪਣਾ ਕਰਵਾ ਸਕਦੇ ਆ, ਜਾਂ ਤੁਸੀਂ ਕਿਸੇ ਵੀ ਵੀਜ਼ਾ ਪੋਸਟ ਦੇ ਉੱਪਰ ਜਿਹੜਾ ਕਿ ਐਲੀਜੀਬਲ ਵੀਜ਼ਾ ਪੋਸਟ ਤੁਹਾਡੇ ਹੈਗਾ ਉੱਥੋਂ ਐਪਲੀਕੇਸ਼ਨ ਤੁਸੀਂ ਪਾ ਸਕਦੇ। ਜਿਵੇਂ ਮੈਂ ਆਪ ਜੀ ਨੂੰ ਦੱਸਿਆ ਕਿ ਸਪਾਊਜ਼ਲ ਓਪਨ ਵਰਕ ਪਰਮਿਟ ਦੀਆਂ ਜਿੱਥੇ ਵੀ ਐਲੀਜੀਬਿਲਟੀ ਸੀ, ਇਸ ਵੇਲੇ ਫਾਈਲਸ ਜਿਵੇਂ ਹੁਣ ਦਿੱਲੀ ਤੋਂ
ਉਹ ਥੋੜ੍ਹੇ ਫਾਸਟ ਹੈ ਕੰਪੈਰੀਟਿਵ ਟੂ ਜਦੋਂ ਆਪਾਂ ਪਹਿਲਾਂ ਤੋਂ ਗੱਲ ਕਰਦੇ ਉਮੀਦ ਹੈ ਕਿ ਵੀ ਇਹਦੇ ਵਿੱਚ ਹੋਰ ਫਾਸਟ ਐਪਲੀਕੇਸ਼ਨਸ ਹੋਣਗੀਆਂ। ਜੈ ਸਾਹਿਬ ਥੈਂਕ ਯੂ ਸੋ ਮਚ ਜੀ, ਅੱਜ ਸਮਾਂ ਵੀ ਕਾਫੀ ਲਿਆ ਤੁਹਾਡਾ, ਲੇਕਿਨ ਹੋਪਫੁਲੀ ਇਸ ਨਵੀਂ ਪ੍ਰਣਾਲੀ ਬਾਰੇ ਸਾਡੇ ਜਿਹੜੇ ਕੰਸਰਨ ਮਨ ਦੇ ਵਿੱਚ ਰਹੇ ਉਹਨਾਂ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਸੀ। ਵਿਲ ਸੀ ਓਵਰ ਅ ਪੀਰੀਅਡ ਆਫ ਟਾਈਮ ਕਿ ਕਿੰਨੇ ਕੁ ਹੋਰ ਅੰਕੜੇ ਸਾਡੇ ਸਾਹਮਣੇ ਆਉਂਦੇ ਨੇ ਤੇ ਕੁਝ ਮਹੀਨੇ ਲੱਗਣਗੇ ਇਸ ਚੀਜ਼ ਨੂੰ ਸਮਝਣ ਲਈ ਵੀ ਇਸ ਤਾਜ਼ਾ ਪ੍ਰਣਾਲੀ ਤਹਿਤ ਕਿੰਨੀ ਕੁ ਪ੍ਰੋਸੈਸਿੰਗ ਤੇਜ਼ ਹੋਈ ਜਾਂ ਨਵੀਂ ਐਪਲੀਕੇਸ਼ਨਸ ਆਈਆਂ। 2 ਲੱਖ ਅਜਿਹੇ ਸਪਾਊਸਿਸ ਜਾਂ ਪਾਰਟਨਰਸ ਹੈਗੇ ਨੇ ਜਿਨ੍ਹਾਂ ਨੂੰ ਲਿਆਉਣ ਦਾ ਟੀਚਾ ਹੈ। ਲੈਟਸ ਸੀ ਹਾਊ ਇਟ ਵਰਕਸ ਆਊਟ ਐਂਡ ਰੋਲਸ ਆਊਟ। ਜੈਨ ਸਾਹਿਬ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਲਈ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਰਿਤੇਸ਼। ਥੈਂਕ ਯੂ ਸੋ